ਹੈਲੋ ਡੀਅਰ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਸਟੂਡੈਂਟਸ, ਅਸੀਂ ਜਿਹੜਾ ਚੈਪਟਰ ਸਾਡਾ ਹੈਗਾ ਆ ਉਹਨੂੰ ਅਸੀਂ ਕੰਟੀਨਿਊ ਕਰਦੇ ਹਾਂ। ਠੀਕ ਹੈ, ਦ ਮਾਰਚ ਕਿੰਗ ਚੈਪਟਰ, ਕਲਾਸ 12th ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਰਿਲੇਟਡ ਆ, ਸੈਕਿੰਡ ਚੈਪਟਰ ਆ ਇਹ। ਠੀਕ, ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਰੀਡਿੰਗ ਦੱਸਾਂਗੀ, ਡਿਫੀਕਲਟ ਵਰਡਸ ਦੀ ਮੀਨਿੰਗ ਦੱਸਾਂਗੀ ਪੰਜਾਬੀ ਦੇ ਵਿੱਚ ਹੀ, ਐਂਡ ਤੁਹਾਨੂੰ ਹੋਰ ਵੀ ਮਤਲਬ ਕੁਛ ਨਾ ਕੁਛ ਮੋਟੀਵੇਟਿਵ ਚੀਜ਼ਾਂ ਸੁਣਨ ਨੂੰ ਵੀ ਮਿਲਣਗੀਆਂ। ਸੋ ਲੈਟਸ ਸਟਾਰਟ। ਓਕੇ, ਅਸੀਂ ਪੜ੍ਹ ਚੁੱਕੇ ਹਾਂ ਲੋਸਟ ਇਨ ਇਟ ਤੱਕ, ਹੈ ਨਾ। ਸੋ ਅੱਛਾ, ਮੈਂ ਉਹਦਾ ਲਿੰਕ ਵੀ ਇਹਦੇ ਐਂਡ ਦੇ ਵਿੱਚ ਸ਼ੇਅਰ ਕਰ ਦਾਂਗੀ, ਅਗਰ ਤੁਸੀਂ ਦੇਖਣਾ ਹੋਇਆ ਤਾਂ ਪਲੀਜ਼ ਦੇਖ ਲਈਓ। Hello dear students, welcome back to our YouTube channel. ਹੈਲੋ ਡੀਅਰ ਸਟੂਡੈਂਟਸ, ਤੁਹਾਡੇ ਆਪਣੇ ਚੈਨਲ 'ਤੇ ਵੈਲਕਮ ਆ, ਜਿਹਦਾ ਨਾਮ ਆ ਲਰਨ ਇੰਗਲਿਸ਼ ਵਿਦ ਜਸਮੀਤ ਮੈਮ। ਅੱਛਾ, ਅੱਜ ਦੀ ਇਹ ਜਿਹੜੀ ਵੀਡੀਓ ਆ ਇਹ ਸਪੈਸ਼ਲ ਹੈਗੀ ਆ ਚੈਪਟਰ ਦੀ ਰੀਡਿੰਗ 'ਤੇ। ਤਾਂ ਅਸੀਂ ਚੈਪਟਰ ਦੀ ਰੀਡਿੰਗ ਕਰਾਂਗੇ, ਵਿੱਚ ਜਿਹੜੇ ਡਿਫੀਕਲਟ ਵਰਡਸ ਨੇ ਉਹਨਾਂ ਨੂੰ ਦੇਖਾਂਗੇ, ਐਂਡ ਪੰਜਾਬੀ ਦੇ ਵਿੱਚ ਡਿਫੀਕਲਟ ਵਰਡਸ ਦੀ ਟਰਾਂਸਲੇਸ਼ਨ ਵੀ ਕਰਾਂਗੇ। ਸੋ ਅੱਛੇ ਤਰੀਕੇ ਨਾਲ ਚੈਪਟਰ ਨੂੰ ਰੀਡ ਕਰਦੇ ਹਾਂ। ਇਹ ਤੋਂ ਪਹਿਲੇ ਵਾਲਾ ਚੈਪਟਰ ਦੀ ਵੀਡੀਓ ਜਿਹੜਾ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਪਾ ਦਾਂਗੀ, ਤੁਸੀਂ ਉਹਨੂੰ ਜਾ ਕੇ ਦੇਖ ਲਿਓ। ਐਂਡ ਟੈਲੀਗ੍ਰਾਮ ਦਾ ਗਰੁੱਪ ਦਾ ਜਿਹੜਾ ਚੈਨਲ ਆ ਉਹ ਵੀ ਮੈਂ ਤੁਹਾਨੂੰ ਦੱਸ ਦਾਂਗੀ, ਠੀਕ ਹੈ, ਲਿੰਕ ਦੇ ਵਿੱਚ। ਸੋ ਥੈਂਕ ਯੂ ਸੋ ਮਚ। ਸਟਾਰਟ ਕਰਦੇ ਹਾਂ। ਹੇਜ਼ਲੀ ਹੁੰਦਾ ਜਲਦੀ ਜਲਦੀ, ਹੇਜ਼ਲੀ ਜਲਦੀ ਨਾਲ, ਕਾਲੀ ਕਾਲੀ। ਮਿਸਿਸ ਫਾਊਂਡ ਅ ਬਾਕਸ ਆਫ ਪੈਨਸ। ਅੱਛਾ, ਇਹ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਕੀ ਹੁੰਦਾ ਆ, ਕਿ ਤੁਹਾਨੂੰ ਯਾਦ ਨਹੀਂ ਹੋਣਾ ਆ ਕਿ ਜਦੋਂ ਉਹ ਖੇਡਣ ਚਲਾ ਜਾਂਦਾ ਆ ਜੌਨ ਫਿਲਿਪ ਸਾਸਾ, ਤਾਂ ਉਹ ਕੀ ਆ, ਭੁੱਲ ਜਾਂਦਾ ਆ ਆਪਣੇ ਮਤਲਬ ਸਾਰੀਆਂ ਚੀਜ਼ਾਂ ਨੂੰ। ਉਹਨੂੰ ਇੱਦਾਂ ਲੱਗਦਾ ਹੁੰਦਾ ਕਿ ਹਾਂ ਸਭ ਕੁਛ ਨੋਰਮਲ ਆ, ਅਤੇ ਉਹ ਈਜ਼ੀਲੀ ਕੌਨਸਰਟ ਦੇ ਵਿੱਚ ਆਪਣਾ ਜਿਹੜਾ ਪਲੇ ਕਰ ਲੂਗਾ ਵਾਇਲਨ। ਇਸ ਲਈ ਉਹ ਬਾਕੀ ਚੀਜ਼ਾਂ ਨੂੰ ਭੁੱਲ ਜਾਂਦਾ ਆ, ਅਤੇ ਉਹ ਆਪਣੀ ਡਰੈਸ ਵੀ ਨਹੀਂ ਦੇਖਦਾ। ਅਤੇ ਜਦੋਂ ਘਰ ਆਉਂਦਾ ਉਹਦੇ ਮਦਰ ਨਹੀਂ ਹੁੰਦੇ ਆ, ਅਤੇ ਜਦੋਂ ਉਹ ਦੇਖਦਾ ਆ ਵੀ ਉਹਦੇ ਤਾਂ ਕੱਪੜੇ ਵੀ ਪ੍ਰੈਸ ਨਹੀਂ ਹੁੰਦੇ, ਫਿਰ ਉਹ ਆਪਣੇ ਟੀਚਰ ਨੂੰ ਦੱਸਦਾ। ਉਹਦੇ ਟੀਚਰ ਉਹਨੂੰ ਆਪਣੀ ਵਾਈਫ ਤੋਂ ਭੇਜ ਦਿੰਦੇ ਆ ਕਿ ਜਾ ਕੇ ਮੇਰੀ ਵਾਈਫ ਨੂੰ ਕਹਿ ਕਿ ਮੇਰੇ ਸਾਈਜ਼ ਦੀ ਜਿਹੜੀ ਮਤਲਬ ਮੇਰੀ ਸ਼ਰਟ ਤੋਂ ਇਹਨੂੰ ਕੋਈ ਵਾਈਟ ਕਲਰ ਦੀ ਦੇ ਦੇਵੇ। ਸੋ ਜਦੋਂ ਉਹ ਜਾਂਦਾ ਆ, ਹੇਜ਼ਲੀ ਮਿਸਿਸ ਐਸਪਿਊਟਾ ਫਾਊਂਡ ਅ ਬਾਕਸ ਆਫ ਪਿੰਸ। ਜਦੋਂ ਉਹ ਮਿਸਿਸ ਐਸਪਿਊਟਾ ਜਿਹੜੇ ਆ ਉਹਨੂੰ ਉਹਦੀ ਆਪਣੇ ਹਸਬੈਂਡ ਦੀ ਸ਼ਰਟ ਵੀ ਪਹਿਨਾ ਦਿੰਦੇ ਆ, ਬਟ ਉਹ ਬਹੁਤ ਲੂਜ਼ ਹੁੰਦੀ ਆ। ਕਹਿੰਦੇ ਫਿਰ ਉਹ ਕੀ ਕਰਦੇ, ਜਲਦੀ ਦੇ ਨਾਲ ਪਿੰਸ ਦਾ ਬਾਕਸ ਲੈ ਕੇ ਆਉਂਦੇ ਆ। ਠੀਕ ਹੈ, ਇਨ ਟਵਿੰਕਲਿੰਗ ਮਤਲਬ ਅੱਖ ਝਪਕਦਿਆਂ, ਪਲਕ ਝਪਕਦਿਆਂ ਹੀ, ਹਰ ਨਿੰਬਲ ਹੁੰਦਾ ਲਾਈਕ ਚੁਸਤੀਆਂ, ਫੁਰਤੀਲੀਆਂ ਜਿਹੀਆਂ। ਹਰ ਨਿੰਬਲ ਫਿੰਗਰਸ, ਉਹਦੀਆਂ ਫੁਰਤੀਲੀਆਂ ਫਿੰਗਰਸ ਜਿਹੜੀਆਂ ਸੀਗੀਆਂ, ਪਿੰਡ ਇਨਫ ਟਕਸ ਇਨ ਅ ਸ਼ਰਟ ਟੂ ਮੇਕ ਇਟ ਫਿਟ ਫਿਲਿਪ। ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਪਿੰਸ ਉਹਨਾਂ ਨੇ ਜਲਦੀ ਦੇ ਨਾਲ ਹੀ ਪਲਕ ਝਪਕਦਿਆਂ ਹੀ ਉਹਦੀਆਂ ਸ਼ਰਟ ਦੇ ਵਿੱਚ ਇੱਦਾਂ ਟੱਕ ਕਰ ਦਿੱਤੀਆਂ। ਟੱਕ ਹੁੰਦਾ ਲਾਈਕ ਫਿਕਸ ਕਰ ਦਿੱਤੀਆਂ ਕਿ ਉਹ ਜਿਹੜੀਆਂ ਫਿਲਿਪ ਨੂੰ ਸ਼ਰਟ ਆ ਉਹ ਪ੍ਰੋਪਰ ਫਿਟ ਹੋ ਜਾਵੇ। ਦੇ ਬੋਥ ਹੀਵਡ ਅ ਬਿਗ ਸਾਈਹ ਆਫ ਰਿਲੀਫ। ਹੀਵਡ ਕੀ ਹੁੰਦਾ ਆ? ਹੀਵਡ ਦਾ ਮਤਲਬ ਲੈਣਾ, ਅਤੇ ਅ ਬਿਗ ਸਾਈਹ ਆਫ ਰਿਲੀਫ ਇੱਕ ਵੱਡਾ ਸੁੱਖ ਦਾ ਸਾਹ ਲੈਂਦੇ ਆ ਜਦੋਂ ਉਸ ਜੋਬ ਨੂੰ ਮਤਲਬ ਆਪਣੇ ਇਸ ਕੰਮ ਨੂੰ ਖ਼ਤਮ ਕਰ ਲੈਂਦੇ ਆ। ਦੈਨ ਫਰੀ ਫਰੋਮ ਐਨਜ਼ਾਈਟੀ ਹੁੰਦਾ ਕਿਸੇ ਵੀ ਟੈਨਸ਼ਨ ਤੋਂ ਦੂਰ ਹੋ ਜਾਂਦੇ ਉਹ। ਫਿਲਿਪ ਹਰਿਡ ਬੈਕ ਟੂ ਸਕੂਲ। ਫਿਲਿਪ ਕੀ ਕਰਦਾ ਆ, ਜਲਦੀ ਦੇ ਨਾਲ ਸਕੂਲ ਦੌੜ ਕੇ ਚੱਲ ਜਾਂਦਾ। ਦ ਕੌਨਸਰਟ ਫਾਈਨਲੀ ਬਿਗੇਨ। ਕਹਿੰਦੇ ਕੌਨਸਰਟ ਜਿਹੜਾ ਉਹ ਸਟਾਰਟ ਹੋ ਜਾਂਦਾ। ਐਂਡ ਸੂਨ ਇਟ ਵਾਜ਼ ਟਾਈਮ ਫॉर ਫਿਲਿਪਸ ਆਲਸੋ। ਕਹਿੰਦੇ ਹੁਣ ਜਿਹੜਾ ਫਿਲਿਪ ਦਾ ਸਮਾਂ ਆ ਗਿਆ ਹੁੰਦਾ। ਹੀ ਸਟੂਡ ਅਪ, ਖੜਾ ਹੁੰਦਾ, ਪਲੇਸ ਦਾ ਵਾਇਲਨ ਅੰਡਰ ਹਿਜ਼ ਚਿਨ ਐਂਡ ਰੇਜ਼ਡ ਹਿਜ਼ ਬੋ। ਕਹਿੰਦੇ ਉਹ ਖੜੇ ਹੁੰਦੇ ਆ, ਫਿਲਿਪ ਜਿਹੜਾ ਖੜਾ ਹੁੰਦਾ ਆਪਣੇ ਵਾਇਲਨ ਨੂੰ ਪਲੇਸ ਹੁੰਦਾ ਰੱਖਦਾ ਆ ਆਪਣੇ ਚਿੰਨ ਦੇ ਹੇਠਾਂ, ਅਤੇ ਵਾਇਲਨ ਨੂੰ ਬੋ ਨੂੰ ਜਿਵੇਂ ਹੀ ਚੱਕਦਾ ਉੱਪਰ ਨੂੰ, ਵਿਦ ਹੌਰਰ ਮਤਲਬ ਡਰ ਦੇ ਨਾਲ, ਵਿਦ ਹੌਰਰ ਹੀ ਫੈਲਟ ਅ ਪਿਨ ਪੁਲਿੰਗ ਲੂਜ਼ ਇਨ ਦਾ ਬੈਕ ਆਫ ਹਿਜ਼ ਸ਼ਰਟ। ਕਹਿੰਦੇ ਡਰ ਦੇ ਨਾਲ ਉਹ ਮਹਿਸੂਸ ਕਰਦਾ ਆ, ਫੈਲਟ ਹੁੰਦਾ ਮਹਿਸੂਸ ਕੀਤਾ, ਉਹਨੇ ਮਹਿਸੂਸ ਕੀਤਾ ਕਿਸ ਚੀਜ਼ ਨੂੰ, ਕਿ ਉਹਦੀ ਸ਼ਰਟ ਦੇ ਵਿੱਚੋਂ ਪਿੱਛੋਂ ਦੀ ਕੋਈ ਜਿਹੜੀ ਪਿੰਨ ਆ ਉਹ ਕੀ ਹੋ ਰਹੀ ਆ,
ਲੂਜ਼ ਹੋ ਰਹੀ ਹੈ, ਕਿ ਕੋਈ ਪਿੰਨ ਨਿਕਲ ਰਹੀ ਆ। ਬਟ ਹੀ ਰਿਕॉल्ड ਹਾਊ ਮੈਨੀ, ਰਿਕॉल्ड ਹੁੰਦਾ ਕਿਸੇ ਚੀਜ਼ ਨੂੰ ਰਿਮੈਂਬਰ ਕਰਨਾ, ਲਾਈਕ ਯਾਦ ਕਰਨਾ। ਕਹਿੰਦੇ ਫਿਰ ਉਹ ਰਿਕॉल ਕਰਦਾ, ਉਹ ਰਿਮੈਂਬਰ ਕਰਦਾ that how many pins had been inserted in the shirt and thought losing one won't matter। ਕਹਿੰਦੇ ਉਹ ਸੋਚਦਾ ਆ ਵੀ ਬਹੁਤ ਸਾਰੀਆਂ ਇਨਸਰਟ ਕੀਤੀਆਂ ਸੀਗੀਆਂ, ਬਹੁਤ ਸਾਰੀਆਂ ਪਿੰਸ ਵਿੱਚ ਪਾਈਆਂ ਸੀਗੀਆਂ, ਇਸ ਲਈ ਅਗਰ ਕੋਈ ਇੱਕ ਪਿੰਨ ਜਿਹੜੀ ਆ ਉਹ ਨਹੀਂ, ਮਤਲਬ ਅਗਰ ਇੱਕ ਪਿੰਨ ਜਿਹੜੀ ਉਹ ਲੂਜ਼ ਹੋ ਜਾਂਦੀ ਆ ਤਾਂ ਇਹਦੇ ਨਾਲ ਕੋਈ ਵੀ ਮੈਟਰ ਨਹੀਂ ਹੁੰਦਾ, ਮਤਲਬ ਕੁਝ ਨਹੀਂ ਹੋਣ ਲੱਗਾ। ਸਿੱਧੀ ਜਿਹੀ ਗੱਲ, ਉਹ ਕਹਿੰਦਾ ਵੀ ਕੁਝ ਨਹੀਂ ਹੋਣ ਲੱਗਾ, ਠੀਕ ਆ ਇਹ। ਫਿਲਿਪ ਸਟਾਰਟਡ ਟੂ ਪਲੇ, ਫਿਲਿਪ ਨੇ ਜਿਹੜਾ ਵਾਇਲਨ ਆ ਉਹ ਵਜਾਉਣਾ ਸਟਾਰਟ ਕਰ ਦਿੱਤਾ। ਐਟ ਫਰਸਟ ਹਿਜ਼ ਰਾਈਟ ਆਰਮ ਮੂਵਡ ਬੈਕ ਐਂਡ ਫੋਰਥ ਸਲੋਲੀ, ਦੈਨ ਮੋਰ ਸਵਿਫਟਲੀ। ਕਹਿੰਦੇ ਸਟਾਰਟਿੰਗ ਦੇ ਵਿੱਚ ਪਹਿਲਾਂ ਉਹਦੀ ਜਿਹੜੀ ਆਰਮ ਆ ਉਹ ਥੋੜ੍ਹੀ ਜਿਹੀ ਪਿੱਛੇ ਨੂੰ ਹੁੰਦੀ ਆ, ਆਪਣੀ ਬਾਂਹ ਰਾਈਟ ਆਰਮ ਨੂੰ ਥੋੜ੍ਹੀ ਜਿਹੀ ਪਿੱਛੇ ਨੂੰ ਕਰਦਾ, ਫਿਰ ਉਹਨੂੰ ਹੌਲੀ ਹੌਲੀ ਮੋਹਰੇ ਨੂੰ ਲੈ ਕੇ ਆਉਂਦਾ ਬਾਂਹ ਨੂੰ। ਉਸ ਤੋਂ ਬਾਅਦ ਉਹ ਜਲਦੀ ਨਾਲ ਉਹਨੂੰ ਮੂਵ ਕਰਦਾ, ਸਵਿਫਟਲੀ ਹੁੰਦਾ ਤੇਜ਼ੀ ਨਾਲ, ਜਲਦੀ ਨਾਲ ਉਹਨੂੰ ਫਿਰ ਮੂਵ ਕਰਦਾ। ਕਹਿੰਦੇ ਬਿਫੋਰ ਲੌਂਗ ਦ ਪਿੰਸ ਦੈਟ ਵਰ ਹੋਲਡਿੰਗ ਹਿਜ਼ ਕਾਲਰ ਪੁਲਡ ਆਊਟ। ਕਹਿੰਦੇ ਬਿਨਾਂ ਦੇਰੀ ਕੀਤਿਆਂ ਬਿਫੋਰ ਲੌਂਗ, ਬਿਨਾਂ ਦੇਰੀ ਕੀਤਿਆਂ ਜਿਹੜੀਆਂ ਪਿੰਸ ਕਾਲਰ ਦੇ ਨਾਲ ਟੱਕ ਕੀਤੀਆਂ ਸੀਗੀਆਂ ਉਹ ਪਿੰਸ ਕੀ ਹੋ ਗਈਆਂ ਨੇ, ਲੂਜ਼ ਹੋ ਚੁੱਕੀਆਂ ਸੀ। The loose large shirt collar began to creep up. Creep up ਹੁੰਦਾ ਖਿਸਕਣਾ। The back of Philip's head, ਕਹਿੰਦੇ ਜਿਹੜੀ ਸ਼ਰਟ ਸੀ ਲੂਜ਼ ਸੀਗੀ ਉਹਦੀ, the loose large shirt, ਉਹ ਕਾਲਰ ਤੋਂ ਕ੍ਰੀਪ ਅਪ ਮਤਲਬ ਖਿਸਕਣ ਲੱਗ ਜਾਂਦੀ ਆ ਅਤੇ ਫਿਲਿਪ ਦੇ ਹੈਡ ਤੋਂ ਪਿੱਛੇ ਨੂੰ ਹੋਣ ਲੱਗ ਜਾਂਦੀ, ਇੱਕ ਸਾਈਡ ਨੂੰ ਪਿੱਛੇ ਨੂੰ ਉਹ ਹੋਣ ਲੱਗ ਜਾਂਦੀ ਆ। ਦੈਨ ਦ ਅਨਰੂਲੀ ਮਤਲਬ ਜਿਹੜੀ ਚੀਜ਼ ਆਪਣੇ ਕਾਬੂ 'ਚ ਨਾ ਆਵੇ, ਆਪਣੇ ਕਾਬੂਹੀਨ ਹੋਵੇ, ਕੰਟਰੋਲ 'ਚ ਨਾ ਹੋਵੇ, ਡਿਸਆਰਡਰ ਕਹਿ ਸਕਦੇ ਹਾਂ। ਦੈਨ ਦ ਅਨਰੂਲੀ ਸਲੀਵਸ ਗ੍ਰਿਊ ਲੂਜ਼ਰ ਐਂਡ ਲੌਂਗਰ। ਕਹਿੰਦੇ ਉਹਦੀਆਂ ਜਿਹੜੀਆਂ ਅਨਰੂਲੀ ਸਲੀਵਸ ਸੀਗੀਆਂ, ਜਿਹੜੀਆਂ ਕਾਬੂ 'ਚ ਨਾ ਆਉਣ ਵਾਲੀਆਂ ਸੀ, ਬਿਕੋਜ਼ ਉਹ ਵੱਡੀਆਂ ਸੀ, ਉਹ ਕੀ ਹੋ ਜਾਂਦੀਆਂ, ਲੂਜ਼ ਹੋ ਜਾਂਦੀਆਂ ਅਤੇ ਲੌਂਗਰ ਹੋ ਜਾਂਦੀਆਂ ਅਤੇ ਲੰਬੀਆਂ ਹੋ ਜਾਂਦੀਆਂ, ਕਿਉਂਕਿ ਉਹ ਸ਼ਰਟ ਤਾਂ ਐਕਚੁਅਲ 'ਚ ਉਹਦੀ ਹੁੰਦੀ ਹੀ ਨਹੀਂ। ਪਿੰਸ ਜਿਵੇਂ ਜਿਵੇਂ ਨਿਕਲਦੀਆਂ ਰਹਿੰਦੀਆਂ ਉਹਦੀ ਸ਼ਰਟ ਉਵੇਂ ਉਵੇਂ ਲੂਜ਼ ਹੁੰਦੀ ਰਹਿੰਦੀ ਆ। ਸਡਨਲੀ ਦ ਸ਼ਰਟ ਫੈਲ ਅਵੇ ਫਰੋਮ ਹਿਜ਼ ਨੈਕ। ਅਚਾਨਕ ਹੀ ਕਹਿੰਦੇ ਸ਼ਰਟ ਜਿਹੜੀ ਆ ਉਹ ਗਲੇ ਤੋਂ ਪਿੱਛੇ ਨੂੰ ਥੱਲੇ ਨੂੰ ਡਿੱਗ ਗਈ, ਠੀਕ ਆ, ਯਾਨੀ ਕਿ ਉਹ ਇੱਕਦਮ ਹੀ ਲੂਜ਼ ਹੋ ਗਈ। ਦ ਆਡੀਅੰਸ ਬਿਗੇਨ ਟੂ ਲਾਫ। ਆਡੀਅੰਸ ਉਹਦੇ 'ਤੇ ਹੱਸਣ ਲੱਗ ਜਾਂਦੀ ਆ। ਇਨ ਐਂਬੈਰਸ ਹੁੰਦਾ ਲਾਈਕ ਉਹਨੂੰ ਇਨਸਲਟ ਫੀਲ ਹੁੰਦੀ ਆ, ਘਬਰਾਹਟ ਫੀਲ ਹੁੰਦੀ ਆ। In embarrassed confusion, Philip forgot what he was playing and stopped completely. ਕਹਿੰਦੇ ਫਿਲਿਪ ਜਿਹੜਾ ਭੁੱਲ ਹੀ ਜਾਂਦਾ ਹੈ ਕਿ ਉਹ ਕੀ ਪਲੇ ਕਰ ਰਿਹਾ ਹੁੰਦਾ ਅਤੇ ਉਹ ਆਪਣਾ ਵਾਇਲਨ ਜਿਹੜਾ ਉਹ ਸਟਾਪ ਕਰ ਦਿੰਦਾ ਪੂਰੀ ਤਰ੍ਹਾਂ ਵਜਾਉਣਾ। ਉਹਨੂੰ ਸਮਝ ਨਹੀਂ ਲੱਗਦੀ ਵੀ ਇਹ ਸਭ ਹੋ ਕੀ ਰਿਹਾ ਆ। The disaster so upset him that he rushed off the stage and sulked in the dark corner. ਡਿਜ਼ਾਸਟਰ ਹੁੰਦਾ ਆ ਇੱਕ ਮੀਨਿੰਗ, ਡਿਜ਼ਾਸਟਰ ਦਾ ਮਤਲਬ ਕਿ ਕਿਸੇ ਚੀਜ਼ ਦੀ ਤਬਾਹੀ ਕਹਿ ਲਓ। ਦਾ ਡਿਜ਼ਾਸਟਰ ਸੋ ਅਪਸੈਟ, ਕਹਿੰਦੇ ਇਸ ਡਿਜ਼ਾਸਟਰ ਨੇ, ਇਸ ਤਬਾਹੀ ਜੀ ਨੇ ਉਹਨੂੰ ਬੜਾ ਹੀ ਅਪਸੈਟ ਕਰ ਦਿੱਤਾ ਅਤੇ ਉਹ ਕੀ ਆ, ਰਸ਼ਡ ਆਫ ਮਤਲਬ ਫਟਾਫਟ ਦੌੜਨ ਲੱਗ ਜਾਂਦਾ, ਸਟੇਜ ਤੋਂ ਪਰੇ ਹੋਣ ਲੱਗ ਜਾਂਦਾ। ਐਂਡ ਸਲਡ ਹੁੰਦਾ ਉਦਾਸ, ਉਹ ਉਦਾਸੀ ਦੇ ਵਿੱਚ ਇੱਕ ਡਾਰਕ ਜਿਹੇ ਹਨੇਰੇ ਜਿਹੇ ਕੋਰਨਰ ਦੇ ਵਿੱਚ ਜਾਣ ਲੱਗ ਜਾਂਦਾ, ਲਾਈਕ ਉਹ ਆਪਣੇ ਆਪ ਨੂੰ ਆਡੀਅੰਸ ਤੋਂ ਹਾਈਡ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹ ਸਟੇਜ ਤੋਂ ਪਰੇ ਹੋਣ ਲੱਗ ਜਾਂਦਾ ਅਤੇ ਇੱਕ ਕੋਰਨਰ ਦੇ ਵਿੱਚ ਖੜਾ ਹੋ ਜਾਂਦਾ। ਫਾਈਟਿੰਗ ਬੈਕ ਟੀਅਰਸ ਮਤਲਬ ਆਪਣੇ ਟੀਅਰਸ ਨੂੰ ਰੋਕਦਾ ਹੋਇਆ, ਹੰਝੂਆਂ ਨੂੰ ਰੋਕਦਾ ਹੋਇਆ, ਬੈਕ ਕਰਦਾ ਹੋਇਆ ਟੀਅਰਸ ਨੂੰ। ਹੀ ਮੰਬਲ ਹੁੰਦਾ ਲਾਈਕ ਬੁੜਬੁੜਾਉਣਾ। ਮੰਬਲ ਗਲੂਮੀਲੀ ਹੁੰਦਾ ਉਦਾਸੀ ਨਾਲ। ਆਈ ਵਿਸ਼ ਆਈ ਵਰ ਡੈਡ, ਉਹ ਆਪਣੇ ਮੂੰਹ ਦੇ ਵਿੱਚ ਹੀ ਉਦਾਸੀ ਭਰਿਆ ਸ਼ਬਦ ਬੋਲਦਾ ਕਿ ਕਾਸ਼ ਮੈਂ ਮਰ ਚੁੱਕਾ ਹੁੰਦਾ, ਕਿਉਂਕਿ ਉਹਨੂੰ ਬਹੁਤ ਹੀ ਜ਼ਿਆਦਾ ਇਨਸਲਟ ਫੀਲ ਹੋ ਰਹੀ ਸੀ। ਰਿਫਰੈਸ਼ਮੈਂਟਸ ਵਰ ਸਰਵਡ
after the concert, but Philip was too busy to have any. ਕਹਿੰਦੇ ਰਿਫਰੈਸ਼ਮੈਂਟਸ ਜਿਹੜੀਆਂ ਉਹ ਸਰਵ ਕੀਤੀਆਂ ਜਾਂਦੀਆਂ ਕੌਂਸਰਟ ਤੋਂ ਬਾਅਦ, ਪਰ ਫਿਲਿਪ ਜਿਹੜਾ ਆ ਬਹੁਤ ਹੀ ਜ਼ਿਆਦਾ ਵਿਅਸਤ ਹੁੰਦਾ ਆ ਕਿ ਉਹ ਉਹਨਾਂ 'ਚੋਂ ਕੋਈ ਵੀ ਚੀਜ਼ ਲੈ ਨਹੀਂ ਪਾਉਂਦਾ, ਖਾ ਨਹੀਂ ਸਕਦਾ. he mingled with the crowd. mingle ਹੁੰਦਾ ਮਿਕਸ ਹੋਣਾ. he mingled with the crowd as quickly as he could, hoping to avoid Mr. Asputa. ਕਹਿੰਦੇ ਅਵੋਇਡ ਹੁੰਦਾ ਬਚਣਾ. ਕਹਿੰਦੇ ਉਹ ਆਪਣੇ ਆਪ ਨੂੰ ਮਿਕਸ ਜਿਹਾ ਕਰ ਲੈਂਦਾ ਕਰਾਊਡ ਦੇ ਵਿੱਚ ਤਾਂ ਜੋ ਕਿ ਉਹ ਮਿਸਟਰ ਐਸਪਿਊਟਾ ਤੋਂ ਬਚ ਸਕੇ, ਉਹਨਾਂ ਦੀਆਂ ਨਜ਼ਰਾਂ 'ਚ ਨਾ ਆਵੇ. ਆਫਟਰ ਅ ਵਿਸਟਫੁਲ ਹੁੰਦਾ ਉਦਾਸੀ, ਵਿਸਟਫੁਲ ਲੁੱਕ ਉਦਾਸੀ ਭਰੀ ਝਲਕ. ਐਟ ਦਾ ਆਈਸਕ੍ਰੀਮ ਫਿਲਿਪ was about to slink out when a booming ਮਤਲਬ ਇੱਕਦਮ ਉੱਚੀ ਗਰਜਦੀ ਹੋਈ ਆਵਾਜ਼. a booming voice behind him scoffed ਹੁੰਦਾ ਆ ਖਿੱਲੀ ਉਡਾਉਣਾ, ਕਿਸੇ ਦਾ ਮਜ਼ਾਕ ਉਡਾਉਣਾ. ਦੁਬਾਰਾ ਲਾਈਨ ਸੁਣੋ. after a wistful look at the ice cream, ਇਹਦਾ ਮਤਲਬ ਇਹ ਆ ਕਿ ਇੱਕ ਆਈਸਕ੍ਰੀਮ ਵੱਲ ਇੱਕ ਉਦਾਸੀ ਭਰੀ ਝਲਕ ਦੇਖਣ ਤੋਂ ਬਾਅਦ, ਮਤਲਬ ਆਈਸਕ੍ਰੀਮ ਨੂੰ ਉਦਾਸੀ ਭਰੀਆਂ ਨਜ਼ਰਾਂ 'ਚ ਦੇਖ ਰਿਹਾ ਸੀ ਉਸ ਟਾਈਮ 'ਤੇ, ਕਿਉਂਕਿ ਉਹਨੂੰ ਪਤਾ ਸੀ ਉਹ ਖਾ ਨਹੀਂ ਸਕਦਾ. ਠੀਕ, ਕਿਉਂਕਿ ਇਸ ਟਾਈਮ 'ਤੇ ਉਹਦਾ ਦਿਲ ਵੀ ਨਹੀਂ ਸੀ ਕਰਦਾ ਪਿਆ. ਫਿਲਿਪ was about to slink out. ਕਹਿੰਦੇ ਫਿਲਿਪ ਸੋਚ ਰਿਹਾ ਸੀ ਵੀ ਫਟਾਫਟ ਖਿਸਕ ਜਾਵੇ. ਕਹਿੰਦੇ ਜਿਵੇਂ ਹੀ he was about to ਖਿਸਕਣ ਹੀ ਲੱਗਾ ਸੀ, ਉਵੇਂ ਹੀ ਇੱਕ ਗਰਜਦੀ ਹੋਈ ਆਵਾਜ਼ ਜਿਹੜੀ ਉਹਨੂੰ ਸੁਣਾਈ ਦਿੰਦੀ ਆ, ਜਿਹੜੀ ਆਵਾਜ਼ ਉਹਦਾ ਮਜ਼ਾਕ ਉਡਾਉਂਦੀ ਆ. ਉਹ ਵਰਡ ਕੀ ਸੀਗੇ? ਵੈਲ ਫਿਲਿਪ, ਬਹੁਤ ਵਧੀਆ ਕੀਤਾ. ਯੂ ਮੇਡ ਅ ਨਾਈਸ ਮੈਸ ਆਫ. ਮੈਸ ਕੀ ਹੁੰਦਾ? ਸੱਤਿਆਨਾਸ਼ ਜਿਹਾ ਕਹਿ ਲਓ. ਕਹਿੰਦੇ ਕਿ ਫਿਲਿਪ ਬਹੁਤ ਵਧੀਆ ਕੀਤਾ ਕਿ ਤੂੰ ਬਹੁਤ ਚੰਗਾ ਸੱਤਿਆਨਾਸ਼ ਮਚਾ ਦਿੱਤਾ, ਸਾਰੇ ਪਾਸੇ ਸਭ ਕੁਝ ਖਰਾਬ ਕਰ ਦਿੱਤਾ. ਫਿਲਿਪ turned and found himself face to face with his glowering teacher. glowing ਦਾ ਘੂਰਦਿਆਂ ਹੋਇਆ. ਜਿਵੇਂ ਹੀ ਕਹਿੰਦੇ ਫਿਲਿਪ ਨੇ ਟਰਨ ਕੀਤਾ ਆਪਣਾ ਫੇਸ ਪਿੱਛੇ ਨੂੰ, ਉਹਦੇ ਬਿਲਕੁਲ ਸਾਹਮਣੇ ਉਹਦੇ ਟੀਚਰ ਸੀ ਖੜੇ ਜਿਹੜੇ ਉਹਨੂੰ ਘੂਰ ਰਹੇ ਸੀ. with no sympathy for poor Philip, Mr. Asputa continued unreasonably, no refreshments for you. You shouldn't have spent the day playing ball. You should have been preparing for the important work of the evening. You ought to be ashamed. ਕਹਿੰਦੇ ਮਿਸਟਰ ਐਸਪਿਊਟਾ ਨੇ ਉਹਦੇ 'ਤੇ ਕੋਈ ਵੀ ਤਰਸ ਨਹੀਂ ਖਾਧਾ ਅਤੇ ਉਹ ਉਹਨੂੰ ਕਹਿੰਦੇ ਆ ਕਿ ਤੈਨੂੰ ਰਿਫਰੈਸ਼ਮੈਂਟਸ ਨਹੀਂ ਮਿਲਣੀਆਂ, ਲਾਈਕ ਤੈਨੂੰ ਕੁਝ ਖਾਣ ਲਈ ਨਹੀਂ ਮਿਲਣਾ. ਰਿਫਰੈਸ਼ਮੈਂਟ ਹੁੰਦਾ ਫੂਡ, ਐਡੀਬਲ ਥਿੰਗਸ ਜਿਹੜੀਆਂ ਹੁੰਦੀਆਂ ਹੈ. ਕਹਿੰਦੇ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੈਨੂੰ ਸਾਰਾ ਦਿਨ ਬਾਲ ਨਹੀਂ ਸੀ ਖੇਡਣੀ ਚਾਹੀਦੀ ਅਤੇ ਤੈਨੂੰ ਆਪਣੇ ਕੰਮ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਸੀ ਕਿ ਤੂੰ ਜਿਹੜਾ ਕੰਮ ਕਰਨ ਚੱਲਾਂ ਉਹਦੀ ਪ੍ਰਪੇਅਰ ਕਰਨਾ ਚਾਹੀਦਾ ਸੀ. ਉਸ ਤੋਂ ਪਹਿਲਾਂ ਤੈਨੂੰ ਕੀ ਆਉਣੀ ਚਾਹੀਦੀ ਆ? ਸ਼ਰਮ ਆਉਣੀ ਚਾਹੀਦੀ ਆ. ਸੋ ਨੈਕਸਟ ਪੈਰਾ ਦੇਖਦੇ ਹਾਂ. ਫਿਲਿਪ ਹੰਗ ਹਿਜ਼ ਹੈਡ. ਫਿਲਿਪ ਕੀ ਆ? ਹੰਗ ਹੁੰਦਾ ਲਟਕਾਉਣਾ, ਆਪਣਾ ਸਿਰ ਲਟਕਾ ਲੈਂਦਾ ਆ. ਸਾਈਡ ਹੁੰਦਾ ਉੱਚੀ ਹੈਵੀਲੀ. ਸਾਈਡ ਹੁੰਦਾ ਸਾਹ ਲੈਣਾ, ਉੱਚੀ ਹੈਵੀਲੀ ਹੁੰਦਾ ਉੱਚੀ. ਕਹਿੰਦੇ ਫਿਲਿਪ ਉੱਚੀ ਸਾਹ ਲੈਂਦਾ ਆ. ਐਂਡ ਟਰਸਡ ਕੀ ਹੁੰਦਾ ਆ? ਪੈਰ ਘਸੀਟਦੇ. ਟਰਸਡ ਹੋਮ, ਅਤੇ ਪੈਰ ਘਸੀਟਦੇ ਹੋਏ ਘਰ ਨੂੰ ਵਾਪਸ ਚਲਾ ਜਾਂਦਾ. ਦਾ ਇੰਸੀਡੈਂਟ ਲੈਫਟ ਸਚ ਐਨ ਇੰਪ੍ਰੈਸ਼ਨ ਔਨ ਹਿਮ ਦੈਟ ਹੀ ਆਲਵੇਜ਼ ਰਿਮੈਂਬਰਡ ਦੈਟ. ਕਹਿੰਦੇ ਇਹ ਇੰਸੀਡੈਂਟ ਜਿਹੜਾ ਹਮੇਸ਼ਾ ਉਹਦੇ ਮਨ 'ਤੇ ਇੱਕ ਇੰਪ੍ਰੈਸ਼ਨ, ਇੱਕ ਛਾਪ ਛੱਡ ਦਿੰਦਾ ਕਿ ਉਹਨੇ ਕਦੇ ਵੀ ਮਤਲਬ ਇਸ ਚੀਜ਼ ਨੂੰ ਭੁੱਲ ਹੀ ਨਹੀਂ ਪਾਇਆ. ਹੀ ਨੈਵਰ ਅਗੇਨ ਟਰਾਈਡ ਟੂ ਮਿਕਸ ਵਰਕ ਐਂਡ ਪਲੇ. ਕਹਿੰਦੇ ਇਸ ਤੋਂ ਬਾਅਦ ਉਹਨੇ ਕਦੇ ਵੀ ਕੰਮ ਨੂੰ ਅਤੇ ਪਲੇ ਨੂੰ ਮਿਕਸ ਨਹੀਂ ਕੀਤਾ. ਫਸਟ ਟਾਈਮ ਦੈਟ ਹੀ ਗੋਟ ਹਿਮਸੈਲਫ ਇਨ ਟੂ ਟਰਬਲ ਵਿਦ ਮਿਸਟਰ ਐਸਪਿਊਟਾ. ਕਹਿੰਦੇ ਪਰ ਇਹ ਆਖਰੀ ਸਮਾਂ ਨਹੀਂ ਸੀ ਜਦੋਂ ਉਹਨੇ ਆਪਣੇ ਆਪ ਨੂੰ ਕਿਸੇ ਟਰਬਲ, ਕਿਸੇ ਮੁਸ਼ਕਿਲ ਦੇ ਵਿੱਚ ਪਾਇਆ ਸੀ, ਸਪੈਸ਼ਲੀ ਕਿ ਮਿਸਟਰ ਐਸਪਿਊਟਾ ਦੇ ਨਾਲ. ਵਨ ਡੇ, ਯਾਨੀ ਕਿ ਉਹ ਉਸ ਤੋਂ ਬਾਅਦ ਵੀ ਪੰਗੇ ਲੈਂਦਾ ਰਿਹਾ. ਦੇਖੋ ਕੀ ਕਰਦਾ ਹੁਣ. ਵਨ ਡੇ ਵੈਨ ਫਿਲਿਪ ਵਾਜ਼ 12. ਕਹਿੰਦੇ ਇੱਕ ਵਾਰ ਦੀ ਗੱਲ ਆ ਜਦੋਂ ਫਿਲਿਪ ਕਿੰਨੇ ਸਾਲ ਦਾ ਸੀਗਾ? 12 ਸਾਲ ਦਾ ਸੀਗਾ.
both he and his teacher were feeling tired and cross. ਕਹਿੰਦੇ ਦੋਵੇਂ ਉਹ ਤੇ ਉਹਦੇ ਟੀਚਰ ਦੋਵੇਂ ਕੀ ਫੀਲ ਕਰ ਰਹੇ ਸੀ, ਟਾਇਰਡ ਫੀਲ ਕਰ ਰਹੇ ਸੀ ਤੇ ਕ੍ਰੋਸ ਮੀਨਸ ਹੁੰਦਾ ਨਿਰਾਸ਼ ਫੀਲ ਕਰ ਰਹੇ ਸੀ. ਦੇ ਗੋਟ ਇਨਟੂ ਅ ਹੀਟਡ ਆਰਗੂਮੈਂਟ ਓਵਰ ਅ ਟ੍ਰਿਫਲ ਹੁੰਦਾ ਲਾਈਕ ਛੋਟੀ ਜੀ ਗੱਲ ਤੇ ਹੀਟਡ ਆਰਗੂਮੈਂਟ ਇੱਕ ਬਹਿਸ. ਕਹਿੰਦੇ ਇੱਕ ਬਹਿਸ ਕਰਨ ਲੱਗ ਜਾਂਦੇ ਉਹ ਆਪਸ ਦੇ ਵਿੱਚ ਸਿਰਫ ਇੱਕ ਛੋਟੀ ਜੀ ਗੱਲ ਦੇ ਪਿੱਛੇ. ਐਜ਼ ਅ ਰਿਜ਼ਲਟ ਕਹਿੰਦੇ ਰਿਜ਼ਲਟ ਦੇ ਵਜੋਂ ਫਿਲਿਪ ਰਿਟਰਨਡ ਹੋਮ convinced that he no longer wanted to take the music lessons. ਤੇ ਕਹਿੰਦੇ ਉਹ ਘਰ ਜਾ ਕੇ ਵਿਸ਼ਵਾਸ ਦਿਵਾਉਂਦਾ ਆ, ਜ਼ੋਰ ਪਾਉਂਦਾ ਆ ਕਿ ਮੈਂ ਮਿਊਜ਼ਿਕ ਕਲਾਸ ਨਹੀਂ ਰੱਖਾਂਗਾ, ਮਿਊਜ਼ਿਕ ਲੈਸਨਸ ਨਹੀਂ ਲਵਾਂਗਾ. ਹੀ ਡਿਸਕਸ ਦਾ ਮੈਟਰ ਵਿਦ ਹਿਜ਼ ਫਾਦਰ. ਉਹਨੇ ਮੈਟਰ ਨੂੰ ਆਪਣੇ ਪਿਤਾ ਜੀ ਨਾਲ ਸ਼ੇਅਰ ਕੀਤਾ. ਵੈਲ ਕਮੈਂਟਡ ਮਿਸਟਰ ਸੌਸਾ ਨੇ ਕਿਹਾ ਠੀਕ ਆ. ਵੈਲ ਮਤਲਬ ਠੀਕ ਆ. ਕੋਮਾਸ ਦੇ ਵਿੱਚ ਜਿਹੜੀ ਗੱਲ ਕਹੀ ਆ ਉਹ ਕੀ ਆ, ਸਪੀਚ ਆ, ਯਾਨੀ ਕਿ ਵਰਡਸ ਆ ਜਿਹੜੇ ਕਿ ਕਿਸੇ ਪਰਸਨ ਨੇ ਕਹੇ ਆ. ਸੋ ਵੈਲ ਵੀ ਮਿਸਟਰ ਸੌਸਾ ਨੇ ਕਿਹਾ ਸੀ. ਉਸ ਤੋਂ ਬਾਅਦ ਮਿਸਟਰ ਸੌਸਾ ਕੀ ਕਹਿ ਰਹੇ ਆ, ਇਟ ਸੀਮਡ ਦੈਟ ਯੂ ਡੋਂਟ ਵਾਂਟ ਟੂ ਬੀ ਅ ਮਿਊਜ਼ੀਸ਼ੀਅਨ, ਇਜ਼ ਦੇਅਰ ਐਨੀਥਿੰਗ ਐਲਸ ਯੂ ਵੁੱਡ ਪ੍ਰੈਫਰ ਟੂ ਬੀ. ਕਹਿੰਦੇ ਇੱਦਾਂ ਜਾਪ ਰਿਹਾ ਆ, ਸੀਮਸ ਹੁੰਦਾ ਮਹਿਸੂਸ ਹੋਣਾ, ਲੱਗਣਾ, ਜਾਪਣਾ. ਕਹਿੰਦੇ ਇੱਦਾਂ ਜਾਪਦਾ ਕਿ ਜਿਵੇਂ ਤੂੰ ਚਾਹੁੰਦਾ ਆ ਕਿ ਤੂੰ ਮਿਊਜ਼ੀਸ਼ੀਅਨ ਨਹੀਂ ਬਣਨਾ, ਕਿ ਤੂੰ ਹੋਰ ਦੱਸ ਦੇ ਤੂੰ ਕੀ ਹੋਰ ਫਿਰ ਬਣਨਾ ਕੀ ਚਾਹੁੰਦਾ ਆ. ਫਿਲਿਪ ਸੈਡ ਯੈਸ, ਹਾਂਜੀ. ਆਈ ਵਾਂਟ ਟੂ ਬੀ ਅ ਬੇਕਰ. ਮੈਂ ਕੀ ਬਣਨਾ ਚਾਹੁੰਦਾ, ਇੱਕ ਬੇਕਰ ਬਣਨਾ ਚਾਹੁੰਦਾ ਹੈ. ਮਿਸਟਰ ਸੌਸਾਜ਼ ਆਈਬਰੋਜ਼ ਫਲਿਊ ਅਪ. ਮਿਸਟਰ ਸੌਸਾ ਦੀਆਂ ਜਿਹੜੀਆਂ ਆਈਬਰੋਜ਼ ਆ ਉਹ ਉੱਪਰ ਵੱਟੇ ਆ, ਉਹ ਉੱਪਰ ਨੂੰ ਚੱਕੇ ਜਾਂਦੇ ਆ ਹੈਰਾਨੀ ਦੇ ਨਾਲ. ਅ ਬੇਕਰ, ਉਹ ਕਹਿੰਦੇ ਇੱਕ ਬੇਕਰ ਬਣਨਾ ਚਾਹੁੰਦਾ ਤੂੰ. ਹੀ ਆਸਕਡ ਇਨ ਸਰਪ੍ਰਾਈਜ਼. ਬੜੀ ਹੈਰਾਨੀ ਦੇ ਨਾਲ ਉਹ ਪੁੱਛਦੇ, ਆਸਕਡ ਹੁੰਦਾ ਪੁੱਛਣਾ. ਯੈਸ ਅ ਬੇਕਰ, ਹਾਂਜੀ ਇੱਕ ਬੇਕਰ. ਇਹ ਕਿਹਨੇ ਆਨਸਰ ਦਿੱਤਾ ਸੀ, ਫਰਮਲੀ ਹੁੰਦਾ ਹੌਲੀ ਦਾਣੀ. ਕਿਹਨੇ ਦਿੱਤਾ ਸੀ, ਫਿਲਿਪ ਨੇ. ਇਫ ਦੈਟਸ ਵਾਟ ਯੂ ਵਾਂਟ, replied Mr. Sosa, I will see what I can do to get you a suitable position in a bakery. ਕਹਿੰਦੇ ਜੇਕਰ ਮਿਸਟਰ ਸੌਸਾ ਕਹਿੰਦੇ ਆ ਕਿ ਜੇਕਰ ਤੇਰੀ ਇਹੀ ਇੱਛਾ ਆ, ਵਾਂਟ ਹੁੰਦਾ ਨਾ ਇੱਛਾ, ਕਿ ਜੇਕਰ ਤੇਰੀ ਇਹੀ ਇੱਛਾ ਹੈ ਤਾਂ ਮੈਂ ਦੇਖਦਾ ਹਾਂ, ਆਈ ਵਿਲ ਸੀ, ਤਾਂ ਮੈਂ ਦੇਖਦਾ ਹਾਂ ਕਿ ਤੈਨੂੰ ਕਿਹੜੀ ਸੂਟੇਬਲ ਪੋਜੀਸ਼ਨ ਬੇਕਰੀ ਦੇ ਵਿੱਚ ਮਿਲ ਜਾਵੇ. ਆਈ ਵਿਲ ਗੋ ਐਂਡ ਅਟੈਂਡ ਇਟ ਰਾਈਟ ਅਵੇ. ਕਹਿੰਦੇ ਮੈਂ ਜਾਂਦਾ ਹਾਂ ਅਤੇ ਮੈਂ ਹੁਣ ਹੀ ਜਾ ਕੇ ਇਸ ਮੈਟਰ ਨੂੰ ਮਤਲਬ ਕਿ ਪੁੱਛ ਕੇ ਆਉਣਾ ਆ. ਐਂਡ ਹੀ ਵੈਂਟ ਆਊਟ ਆਫ ਦਾ ਹਾਊਸ. ਕਹਿੰਦੇ ਇਸ ਤਰ੍ਹਾਂ ਕਰਦਿਆਂ ਹੋਇਆ ਉਹ ਫਿਰ ਘਰ ਤੋਂ ਬਾਹਰ ਚਲੇ ਜਾਂਦੇ ਹਨ. ਸੂਨ ਮਿਸਟਰ ਸੌਸਾ ਕੇਮ ਬੈਕ. Well, son, he informed Philip, I have been talking to Charlie, the baker. His shop is a few blocks away and he'll be glad to teach you how to bake bread and pies. He is expecting you tonight at 8:30. ਜਲਦੀ ਹੀ ਮਿਸਟਰ ਸੌਸਾ ਵਾਪਸ ਆ ਜਾਂਦੇ ਆ. ਆ ਕੇ ਉਹ ਕਹਿੰਦੇ ਆ ਤਾਂ ਠੀਕ ਆ ਬੇਟਾ. ਕੀ ਇਨਫੋਰਮ ਕਰਦੇ ਆ ਉਹ ਫਿਲਿਪ ਨੂੰ, ਕਹਿੰਦੇ ਮੈਂ ਤੇਰੇ ਬਾਰੇ ਗੱਲ ਕੀਤੀ ਹੈ ਚਾਰਲੀ ਦੇ ਨਾਲ, ਜਿਹੜਾ ਕਿ ਇੱਕ ਬੇਕਰ ਆ. ਕਹਿੰਦੇ ਉਹਦੀ ਸ਼ਾਪ ਜਿਹੜੀ ਆ ਆਪਣੇ ਘਰ ਤੋਂ ਕੁਝ ਬਲੋਕਸ ਮਤਲਬ ਥੋੜ੍ਹੀ ਹੀ ਦੂਰੀ 'ਤੇ ਆ. ਅਤੇ ਕਹਿੰਦਾ ਉਹ ਬਹੁਤ ਖੁਸ਼ ਹੋਵੇਗਾ ਤੈਨੂੰ ਸਿਖਾ ਕੇ ਬ੍ਰੈਡ ਐਂਡ ਪਾਈਜ਼ ਬਣਾਉਣੀਆਂ. ਪਾਈਜ਼ ਸਮੋਸੇ ਇੱਦਾਂ ਦੀਆਂ ਚੀਜ਼ਾਂ ਨੂੰ ਕਹਿ ਦਿੰਦੇ ਆ. ਸਿਖਾਉਣ ਦੇ ਲਈ ਉਹ ਬਹੁਤ ਖੁਸ਼ ਹੋਵੇਗਾ ਅਤੇ ਉਹ ਤੈਨੂੰ ਐਕਸਪੈਕਟ ਕਰਦੇ ਆ ਕਿ ਤੂੰ 8:30 ਵਜੇ ਉੱਥੇ ਪਹੁੰਚ ਜਾਵੇਂ ਰਾਤ ਦੇ. ਠੀਕ ਹੈ. ਫਿਲਿਪ ਸੌਸਾ ਦਾ ਰਿਪਲਾਈ ਹੁੰਦਾ, ਗੁੱਡ ਬਟ ਵਿਦ ਲਿਟਲ ਐਂਥੂਜ਼ੀਅਜ਼ਮ. ਐਂਥੂਜ਼ੀਅਜ਼ਮ ਹੁੰਦਾ ਲਾਈਕ ਕੋਈ ਉਤਸ਼ਾਹ ਇੰਨਾ ਜ਼ਿਆਦਾ ਨਹੀਂ ਸ਼ੋਅ ਕਰਦਾ, ਉਹ ਘੱਟ ਉਤਸ਼ਾਹ ਦੇ ਨਾਲ ਕਹਿੰਦਾ ਕਿ ਠੀਕ ਆ. ਮਿਸਟਰ ਸੌਸਾ ਪੁੱਟ ਹਿਜ਼ ਹੈਡ ਔਨ ਫਿਲਿਪਸ ਸ਼ੋਲਡਰ ਐਂਡ ਕੰਟੀਨਿਊਡ ਮੋਰ ਸੀਰੀਅਸਲੀ. ਕਹਿੰਦੇ ਮਿਸਟਰ ਸੌਸਾ ਜਿਹੜੇ ਹੁੰਦੇ ਆ ਉਹ ਆਪਣਾ ਹੱਥ ਉਹਦੇ ਸ਼ੋਲਡਰ 'ਤੇ ਰੱਖਦੇ ਫਿਲਿਪ ਦੇ ਅਤੇ ਆਪਣੀ ਗੱਲ ਨੂੰ ਸੀਰੀਅਸਲੀ ਕੰਟੀਨਿਊ ਕਰਦੇ ਆ. ਫਿਲਿਪ, I have noticed that bakers aren't always well educated. I believe that it would be profitable for you
to educate yourself beyond the level of most bakers. ਫਿਲਿਪ ਨੂੰ ਮਿਸਟਰ ਸੌਸਾ ਕਹਿੰਦੇ ਆ ਕਿ ਮੈਂ ਨੋਟਿਸ ਕੀਤਾ ਹੈ ਕਿ ਜ਼ਿਆਦਾਤਰ ਬੇਕਰਸ ਜਿਹੜੇ ਆ ਉਹ ਕੀ ਹੁੰਦੇ ਆ, ਵੈਲ ਐਜੂਕੇਟਡ ਨਹੀਂ ਹੁੰਦੇ। ਕਹਿੰਦੇ ਮੈਂ ਬਿਲੀਵ ਕਰਦਾ ਹਾਂ ਕਿ ਤੇਰੇ ਲਈ ਪ੍ਰੋਫਿਟੇਬਲ ਰਹੂਗਾ, ਤੇਰੇ ਲਈ ਫਾਇਦੇਮੰਦ ਰਹੂਗਾ ਜੇਕਰ ਤੂੰ ਵਧੇਰੇ ਪੜ੍ਹਾਈ ਕਰ ਲਵੇਂ। ਠੀਕ ਹੈ, ਬਾਕੀ ਬਿਯੋਂਡ ਹੁੰਦਾ ਤੋਂ ਪਰੇ, ਬਾਕੀ ਬੇਕਰਸ ਦੇ ਲੈਵਲ ਤੋਂ ਪਰੇ ਜੇ ਤੂੰ ਪੜ੍ਹਾਈ ਕਰੇ, ਮਤਲਬ ਕਿ ਜੇ ਤੂੰ ਉਹਨਾਂ ਨਾਲੋਂ ਜ਼ਿਆਦਾ ਪੜ੍ਹਾਈ ਕਰੇ ਤਾਂ ਮੈਂ ਸਮਝਦਾ ਵੀ ਤੇਰੇ ਲਈ ਕੀ ਹੋਊਗਾ, ਫਾਇਦੇ ਵਾਲੀ ਗੱਲ ਹੋਊਗੀ। ਪਰਹੈਪਸ ਯੂ ਵਿਲ ਦੈਨ ਬੀ ਮੋਰ ਸਕਸੈਸਫੁਲ ਇਨ ਯੂਰ ਲਾਈਫ। ਕਹਿੰਦੇ ਤਾਂ ਹੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਸਕਸੈਸ ਹੋ ਸਕਦਾ। For this reason, I must insist you to keep on with your education even though you stop taking your music lessons. ਕਹਿੰਦੇ ਮੈਂ ਤੈਨੂੰ ਕਹਿੰਦੇ ਇਸ ਰੀਜ਼ਨ ਦੇ ਲਈ ਮੈਂ ਇੰਸਿਸਟ ਕਰਨਾ ਹੁੰਦਾ, ਜ਼ਿੱਦ ਕਰਦਾ ਵੀ ਮੈਂ ਜ਼ਿੱਦ ਕਰਦਾ ਹਾਂ ਕਿ ਤੂੰ ਆਪਣੀ ਪੜ੍ਹਾਈ ਨੂੰ ਕੰਟੀਨਿਊ ਰੱਖੇ ਭਾਵੇਂ ਕਿ ਤੂੰ ਮਿਊਜ਼ਿਕ ਲੈਸਨਸ ਨਾ ਲਵੇਂ। ਵੈਨ ਯੂ ਹੈਵ ਫਿਨਿਸ਼ਡ ਸਕੂਲ, ਜਦੋਂ ਤੂੰ ਸਕੂਲ ਖ਼ਤਮ ਕਰ ਲਏਗਾ, ਯੂ ਕੈਨ ਬਿਕਮ ਅ ਫੁੱਲ ਟਾਈਮ ਬੇਕਰ। ਫਿਰ ਤੂੰ ਉਸ ਤੋਂ ਬਾਅਦ ਫੁੱਲ ਟਾਈਮ ਬੇਕਰ ਬਣ ਜੀ। ਮਤਲਬ ਉਹਨਾਂ ਨੇ ਇਸ ਪੈਰਾ ਦੇ ਵਿੱਚ ਉਹਨੂੰ ਇਹ ਗੱਲ ਕਹੀ ਆ ਕਿ ਤੂੰ ਪੜ੍ਹਾਈ ਕਰਨੀ ਆ। ਠੀਕ ਆ, ਉਹਨਾਂ ਨੇ ਇੱਕ ਤਰੀਕੇ ਨਾਲ ਉਹਦੇ ਮੂਹਰੇ ਇੱਕ ਕੰਡੀਸ਼ਨ ਲਗਾ ਦਿੱਤੀ ਆ ਕਿ ਤੂੰ ਕੀ ਕਰਨੀ ਆ, ਪੜ੍ਹਾਈ ਕਰਨੀ ਆ। ਫਿਲਿਪ ਵਿਲਿੰਗਲੀ ਅਗਰੀਡ। ਵਿਲਿੰਗਲੀ ਮਤਲਬ ਖੁਸ਼ੀ ਜਿਹੜੇ ਕੰਮ ਨੂੰ ਆਪਾਂ ਪੂਰਾ ਕਰ ਸਕਦੇ ਹਾਂ ਨਾ, ਉਹਨੂੰ ਕਹਿੰਦੇ ਵਿਲਿੰਗਲੀ। ਫਿਲਿਪ ਖੁਸ਼ੀ ਮੰਨ ਜਾਂਦਾ ਆ ਟੂ ਕੰਟੀਨਿਊ ਹਿਜ਼ ਐਜੂਕੇਸ਼ਨ, ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰਨ ਦੇ ਲਈ। ਐਟ 8:30 ਦੈਟ ਈਵਨਿੰਗ ਫਿਲਿਪ ਵੈਂਟ ਟੂ ਦ ਬੇਕਰੀ। ਕਹਿੰਦੇ 8:30 ਤੇ ਫਿਲਿਪ ਬੇਕਰੀ ਚਲਾ ਜਾਂਦਾ ਆ। ਦੇਅਰ ਹੀ ਵਾਚ ਦ ਬੇਕਰਸ ਐਟ ਵਰਕ ਮਿਕਸਿੰਗ ਬ੍ਰੈਡ ਐਂਡ ਮੇਕਿੰਗ ਪਾਈਜ਼। ਕਹਿੰਦੇ ਜਦੋਂ ਉੱਥੇ ਜਾਂਦਾ ਆ ਉਹ ਦੇਖਦਾ ਆ ਕਿ ਬੇਕਰਸ ਕਿਵੇਂ ਮਿਕਸ ਕਰ ਰਹੇ ਆ ਇਸ ਕੰਮ ਨੂੰ, ਬ੍ਰੈਡ ਬਣਾਉਣ ਦੇ ਨੂੰ, ਮਤਲਬ ਡੋ ਵਗੈਰਾ ਮਿਕਸ ਕਰ ਰਹੇ ਆ, ਐਂਡ ਕਿਵੇਂ ਪਾਈਜ਼ ਜਿਹੜੀਆਂ ਉਹ ਰੈਡੀ ਕੀਤੀਆਂ ਜਾਂਦੀਆਂ, ਬਣਾਈਆਂ ਜਾਂਦੀਆਂ। ਐਵਰੀਥਿੰਗ ਹੀ ਸੌ ਵਾਜ਼ ਨਿਊ ਟੂ ਹਿਮ। ਹਰ ਇੱਕ ਚੀਜ਼ ਜੋ ਦੇਖਦਾ ਸੀ ਉਹਦੇ ਲਈ ਨਵੀਂ ਸੀ। ਐਂਡ ਫॉर ਅ ਵਾਈਲ ਇਟ ਸੀਮਡ ਵੈਰੀ ਇੰਟਰਸਟਿੰਗਲੀ ਦ ਬੇਕਰਸ impressed Philip with their speed and skill, and he was amazed at the amount of bread that was being made. ਕਹਿੰਦੇ ਬੇਕਰਸ ਜਿਹੜੇ ਆ ਉਹ ਇੰਪ੍ਰੈਸ ਹੋ ਜਾਂਦੇ ਆ, ਬੇਕਰਸ ਉਹਨੂੰ ਇੰਪ੍ਰੈਸ ਕਰਦੇ ਆ ਆਪਣੇ ਸਪੀਡ ਐਂਡ ਸਕਿੱਲਸ ਦੇ ਨਾਲ। ਠੀਕ ਹੈ, ਅਤੇ ਉਹ ਅਮੇਜ਼ ਹੋ ਜਾਂਦਾ, ਹੈਰਾਨ ਹੋ ਜਾਂਦਾ ਕਿ ਉਹ ਕਿੰਨੀ ਜ਼ਿਆਦਾ ਅਮਾਊਂਟ ਦੇ ਵਿੱਚ ਬ੍ਰੈਡ ਬਣਾ ਰਹੇ ਆ। ਠੀਕ, ਲੇਟਰ ਕੁਝ ਸਮੇਂ ਬਾਅਦ he grew tired and slept while the bread was baking. ਉਸ ਤੋਂ ਬਾਅਦ ਕੁਝ ਸਮੇਂ ਬਾਅਦ ਜਿਹੜਾ ਫਿਲਿਪ ਹੁੰਦਾ ਉਹ ਕੀ ਆ, ਸੌਂ ਜਾਂਦਾ ਆ ਕਿਉਂਕਿ ਉਹ ਥੱਕ ਜਾਂਦਾ ਆ। ਜਦੋਂ ਕਿ ਬ੍ਰੈਡ ਬਣ ਰਹੀ ਸੀ ਉਦੋਂ ਉਹ ਥੋੜ੍ਹੀ ਜਿਹੀ ਰੈਸਟ ਕਰਨ ਲੱਗ ਜਾਂਦਾ ਆ। Very early the next morning Philip helped load the big bakery wagon ਹੁੰਦਾ ਗੱਡੀ। ਕਹਿੰਦੇ ਨੈਕਸਟ ਮਾਰਨਿੰਗ ਦੇ ਵਿੱਚ ਫਿਲਿਪ ਕੀ ਆ, ਗੱਡੀ ਨੂੰ ਲੋਡ ਕਰਨ ਦੇ ਲਈ ਹੈਲਪ ਕਰਦਾ ਆ। ਵੀਗਨ ਹੁੰਦਾ ਗੱਡੀ। ਠੀਕ ਹੈ, ਯਾਨੀ ਕਿ ਬ੍ਰੈਡਸ ਵਗੈਰਾ ਗੱਡੀ ਦੇ ਵਿੱਚ ਲੋਡ ਕਰਵਾ ਦਿੰਦਾ। ਦੈਨ ਹੀ ਵੈਂਟ ਆਊਟ ਵਿਦ ਦ ਡਰਾਈਵਰ ਟੂ ਡਿਲੀਵਰ ਦ ਬ੍ਰੈਡ। ਉਸ ਤੋਂ ਬਾਅਦ ਫਿਰ ਉਹ ਬਾਹਰ ਚਲਾ ਜਾਂਦਾ ਤਾਂ ਕਿ ਉਹ ਬ੍ਰੈਡ ਜਿਹੜੀ ਉਹ ਡਿਲੀਵਰੀ ਕਰ ਦੇਵੇ ਆਪਣੇ ਡਰਾਈਵਰ ਦੇ ਨਾਲ, ਉਸ ਡਰਾਈਵਰ ਦੇ ਨਾਲ। ਬਾਈ 8 o'clock 8 ਵਜੇ ਹੀ ਵਾਜ਼ ਥਰੂ ਐਂਡ ਵੈਂਟ ਹੋਮ ਟੂ ਬ੍ਰੇਕਫਾਸਟ। ਕਹਿੰਦੇ ਉਸ ਤੋਂ ਬਾਅਦ 8 ਵਜੇ ਉਹ ਘਰ ਚਲਾ ਜਾਂਦਾ ਅਤੇ ਘਰ ਜਾ ਕੇ ਬ੍ਰੇਕਫਾਸਟ ਕਰਦਾ ਹੈ। ਫਿਲਿਪ ਕੈਪਟ ਹਿਜ਼ ਐਗਰੀਮੈਂਟ ਵਿਦ ਹਿਜ਼ ਫਾਦਰ ਐਂਡ ਵੈਂਟ ਟੂ ਸਕੂਲ ਦੈਟ ਮੋਰਨਿੰਗ। ਕਹਿੰਦੇ ਜਿੱਦਾਂ ਕਿ ਫਿਲਿਪ ਨੇ ਆਪਣੇ ਫਾਦਰ ਦੇ ਨਾਲ ਅਗਰੀਮੈਂਟ ਕੀਤਾ ਸੀਗਾ, ਉਸੇ ਹੀ ਤਰ੍ਹਾਂ ਉਹ ਕੀ ਕਰਦਾ ਆ, ਘਰ ਜਾ ਕੇ ਸਕੂਲ ਦੇ ਲਈ ਨੈਕਸਟ ਡੇ ਸਕੂਲ ਚਲਾ ਜਾਂਦਾ ਆ। ਜਦੋਂ ਲਾਈਕ ਰਾਤ ਨੂੰ ਬੇਕਰੀ 'ਚ ਰਿਹਾ ਅਤੇ ਜਦੋਂ ਮੋਰਨਿੰਗ 'ਚ ਘਰ ਜਾ ਕੇ ਬ੍ਰੇਕਫਾਸਟ ਕਰਦਾ ਅਤੇ ਫਿਰ ਉਸੇ ਦਿਨ ਉਹ ਸਕੂਲ ਵੀ ਜਾਂਦਾ ਆ। ਆਫਟਰ ਸਕੂਲ ਹੀ ਡਿਡ ਨਾਟ ਫੀਲ ਲਾਈਕ ਪਲੇਇੰਗ ਬੇਸਬਾਲ। ਕਹਿੰਦੇ ਜਦੋਂ ਉਹ ਸਕੂਲ
ਤੋਂ ਬਾਅਦ ਮਹਿਸੂਸ ਕਰਦਾ ਕਿ ਉਹਦਾ ਬੇਸਬਾਲ ਵੀ ਖੇਡਣ ਨੂੰ ਦਿਲ ਨਹੀਂ ਸੀ ਕਰਦਾ। Too tired to do anything else, he went home and sat around until after supper. Sat around ਮਤਲਬ ਬੈਠੇ ਰਹਿਣਾ, until ਜਦੋਂ ਤੱਕ ਸਪਰ ਦੇ ਖਾਣੇ ਤੋਂ ਬਾਅਦ ਵੀ। ਕਹਿੰਦੇ ਉਹ ਇੰਨਾ ਕੁ ਜ਼ਿਆਦਾ ਟਾਇਰਡ ਹੋ ਚੁੱਕਾ ਸੀਗਾ ਵੀ ਉਹ ਕੁਝ ਵੀ ਕਰਨ ਦੇ ਲਾਇਕ ਨਹੀਂ ਸੀ, ਅਤੇ ਉਹ ਆਰਾਮ ਨਾਲ ਜਾ ਕੇ ਬੈਠਾ ਰਹਿੰਦਾ ਆ, ਰਾਤ ਦੇ ਖਾਣੇ ਤੋਂ ਬਾਅਦ ਤੱਕ ਵੀ ਬੈਠਾ ਹੀ ਰਹਿੰਦਾ ਆ। Then it was time to return to the bakery, where he spent another evening very much like the first. ਕਹਿੰਦੇ ਹੁਣ ਸਮਾਂ ਕੀ ਆ ਗਿਆ, ਬੇਕਰੀ ਜਾਣ ਦਾ। ਠੀਕ ਹੈ, ਜਿਵੇਂ ਕਿ ਜਿੱਥੇ ਉਹਨੇ ਫਸਟ ਨਾਈਟ ਜਿੱਦਾਂ ਸਪੈਂਡ ਕੀਤੀ ਸੀਗੀ, ਉੱਦਾਂ ਹੀ ਇਹ ਈਵਨਿੰਗ ਵੀ ਉਹ ਉੱਥੇ ਸਪੈਂਡ ਕਰੇਗਾ। After helping with the morning delivery, he went to the school again. ਜਿੱਦਾਂ ਕਹਿੰਦੇ ਉਹਨੇ ਲਾਸਟ ਡੇ ਕੀ ਕੀਤਾ ਸੀਗਾ, ਡਿਲੀਵਰੀ ਕੀਤੀ ਸੀਗੀ ਹੈ ਨਾ ਮੋਰਨਿੰਗ ਦੇ ਵਿੱਚ, ਉਸੇ ਤਰ੍ਹਾਂ ਇਸ ਵਾਰ ਵੀ ਉਹ ਕਰਦਾ ਆ, ਅਤੇ ਨਾਲ ਉਸ ਤੋਂ ਬਾਅਦ ਫਿਰ ਉਹ ਸਕੂਲ ਜਾਂਦਾ ਆ। ਬਟ ਹੀ ਵਾਜ਼ ਟੂ ਟਾਇਰਡ ਟੂ ਲਰਨ ਮਚ। ਕਹਿੰਦੇ ਹੁਣ ਤਾਂ ਉਹਨੂੰ ਮਤਲਬ ਉਹਨੂੰ ਕੁਛ ਯਾਦ ਵੀ, ਪੜ੍ਹਨ ਨੂੰ ਵੀ ਨਹੀਂ ਸੀ ਮਨ ਕਰਦਾ, ਇੰਨਾ ਕੁ ਜ਼ਿਆਦਾ ਉਹ ਟਾਇਰਡ ਹੋ ਚੁੱਕਾ ਸੀ। ਵੈਨ ਈਵਨਿੰਗ ਕੇਮ ਹੀ ਡਿਜੈਕਟਡਲੀ ਮੀਨਸ ਨਿਰਾਸ਼ਾ ਦੇ ਨਾਲ, dejectedly dragged himself off for the third night of work at the bakery. Dragged ਹੁੰਦਾ ਘਸੀਟਣਾ। ਕਹਿੰਦੇ ਹੁਣ ਤੀਸਰਾ ਦਿਨ ਜਦੋਂ ਆ ਗਿਆ, ਤੀਸਰੇ ਦਿਨ ਦੀ ਮਤਲਬ ਸ਼ਾਮ ਆ ਗਈ, ਅਤੇ ਉਹ ਸੋਚ ਰਿਹਾ ਸੀ ਕਿ ਤੀਸਰੀ ਈਵਨਿੰਗ ਮੈਂ ਫਿਰ ਬੇਕਰੀ 'ਤੇ ਜਾਣਾ। ਕਹਿੰਦੇ ਆਪਣੇ ਆਪ ਨੂੰ ਧੱਕੇ ਨਾਲ, ਨਿਰਾਸ਼ਾ ਨਾਲ ਘਸੀਟਦਾ ਹੋਇਆ ਬੇਕਰੀ ਵੱਲ ਚਲਾ ਜਾਂਦਾ ਹੈ। Watching the bakers no longer seemed interesting. ਹੁਣ ਉਹਨੂੰ ਬੇਕਰਸ ਦਾ ਕੰਮ ਦੇਖਣਾ ਬਿਲਕੁਲ ਵੀ ਅੱਛਾ ਨਹੀਂ ਲੱਗਦਾ। About midnight the baker's baby started to cry. ਕਹਿੰਦੇ ਅੱਧੀ ਕੁ ਰਾਤ ਨੂੰ ਬੇਕਰ ਦਾ ਜਿਹੜਾ ਬੱਚਾ ਆ ਉਹ ਕੀ ਆ, ਰੋਣ ਲੱਗ ਜਾਂਦਾ। The baker's wife said to Philip, go upstairs and rock the cradle. Cradle ਕੀ ਹੁੰਦਾ, ਜਿਹੜਾ ਛੋਟੇ ਬੱਚਿਆਂ ਦਾ ਪੰਘੂੜਾ ਨਹੀਂ ਹੁੰਦਾ, ਝੂਲਾ ਜਿਹਾ ਜਿਹਦੇ ਪਾਲਣਾ, ਜਿਹਦੇ ਵਿੱਚ ਉਹ ਬੱਚੇ ਨੂੰ ਲੰਮਾ ਪਾ ਦਿੰਦੇ ਆ, ਫਿਰ ਉਹਨੂੰ ਝੂਟੇ ਦਿੰਦੇ ਰਹਿੰਦੇ ਆ ਉਹ। ਠੀਕ ਹੈ, ਕਹਿੰਦੇ ਉਸ ਤੋਂ ਬਾਅਦ ਬੇਕਰ ਦੀ ਵਾਈਫ ਫਿਲਿਪ ਨੂੰ ਕਹਿੰਦੀ ਹੈ ਕਿ ਤੂੰ ਉੱਪਰ ਜਾ ਅਤੇ ਉਹਦੇ ਕਰੈਡਲ ਨੂੰ ਰੌਕ ਕਰ, ਮਤਲਬ ਕਿ ਉਹਨੂੰ ਝੂਲਾ ਝੁਲਾ ਦੇ। ਓਨਲੀ ਹਾਫ ਅਵੇਕ, ਕਹਿੰਦੇ ਫਿਲਿਪ ਅੱਧਾ ਜਾਗਿਆ ਸੀ, ਅੱਧਾ ਸੁੱਤਾ ਸੀ। ਪੂਅਰ ਫਿਲਿਪ ਡਿਡ ਐਜ਼ ਸ਼ੀ ਰਿਕੁਐਸਟਡ। ਫਿਲਿਪ ਨੇ ਉੱਦਾਂ ਹੀ ਕੀਤਾ ਜਿੱਦਾਂ ਉਹਨੂੰ ਰਿਕੁਐਸਟ ਕੀਤੀ ਗਈ ਸੀ। ਦ ਕਰੈਡਲ ਸਵੈਮ ਬਿਫੋਰ ਫਿਲਿਪਸ ਸਲੀਪੀ ਆਈ ਐਜ਼ ਹੀ ਬਿਗੇਨ ਟੂ ਰੌਕ ਇਟ। ਕਹਿੰਦੇ ਜਿਹੜਾ ਫਿਲਿਪ ਆ, ਫਿਲਿਪ ਵਿਚਾਰਾ ਇਹਦੀਆਂ ਅੱਖਾਂ ਆਲਮੋਸਟ ਬੰਦ ਹੀ ਹੋ ਗਈਆਂ, ਸੁੱਤੀਆਂ ਪਈਆਂ ਅੱਖਾਂ ਦੇ ਨਾਲ ਉਹ ਰੌਕ ਕਰਦਾ ਸੀ। ਇਨ ਅ ਟਵਿੰਕਲਿੰਗ ਹੀ ਹੈਡ ਫਾਲਨ ਅਸਲੀਪ, ਇਗਨੋਰਿੰਗ ਦ ਬੇਬੀਜ਼ ਲਾਊਡ ਯੈਲਸ। ਯੈਲਸ ਹੁੰਦਾ ਚੀਖਾਂ, ਚਿਲਾਉਣਾ। ਠੀਕ ਆ, ਇਗਨੋਰ ਹੁੰਦਾ ਬੇਪਰਵਾਹ ਹੋ ਗਿਆ ਸੀ ਉਹ। ਕਹਿੰਦੇ ਹੁਣ ਉਹ ਕੀ ਹੋ ਜਾਂਦਾ ਆ ਕਿ ਜਿਵੇਂ ਉਹ ਬਹੁਤ ਸਲੀਪੀ ਫੀਲ ਕਰ ਰਿਹਾ ਸੀਗਾ, ਪਲਕ ਝਪਕਦਿਆਂ ਹੀ, ਇਨ ਟਵਿੰਕਲਿੰਗ ਪਲਕ ਝਪਕਦਿਆਂ ਹੀ ਉਹਨੂੰ ਨੀਂਦ ਆ ਜਾਂਦੀ ਆ, ਅਤੇ ਉਹ ਬੱਚੇ ਦੀਆਂ ਉੱਚੀ ਉੱਚੀ ਚੀਕਾਂ ਨੂੰ ਵੀ ਇਗਨੋਰ ਕਰਕੇ ਆਰਾਮ ਨਾਲ ਸੋ ਜਾਂਦਾ ਉੱਥੇ ਬੈਠਾ ਹੀ। ਵੈਨ ਦਾ ਬੇਬੀ ਕੰਟੀਨਿਊਡ ਟੂ ਕਰਾਈ, ਜਦੋਂ ਬੱਚਾ ਕੰਟੀਨਿਊਲੀ ਰੋਂਦਾ ਹੀ ਰਿਹਾ, ਇਟਸ ਮਦਰ ਰੇਨ ਅਪਸਟੇਅਰਸ ਟੂ ਸੀ ਵਾਟ ਵਾਜ਼ ਰੋਂਗ। ਕਹਿੰਦੇ ਫਿਰ ਉਹਦੇ ਮਦਰ ਉੱਪਰ ਆਉਂਦੇ ਆ, ਉੱਪਰ ਆ ਕੇ ਦੇਖਦੇ ਆ ਕਿ ਕੀ ਇਹੋ ਜਿਹਾ ਹੋ ਗਿਆ ਵੀ ਜਿਹੜਾ ਬੇਬੀ ਇੰਨਾ ਜ਼ਿਆਦਾ ਰੋ ਰਿਹਾ। ਸ਼ੀ ਅਰੋਜ਼ਡ ਫਿਲਿਪ ਐਂਡ ਸਕੋਲਡਡ ਹਿਮ। ਸਕੋਲਡ ਹੁੰਦਾ ਆ ਝਿੜਕੇ ਮਾਰਨਾ, ਕਿਸੇ ਨੂੰ ਗਾਲਾਂ ਕੱਢਣੀਆਂ। ਠੀਕ ਹੈ, ਡਾਂਟਣਾ ਕਿਸੇ ਨੂੰ। ਅਰੋਜ਼ਡ ਹੁੰਦਾ ਉਠਾਉਣਾ, ਰਾਈਜ਼ ਅਰੋਜ਼ ਅਰੋਜ਼ਨ, ਉਹ ਵਾਲਾ ਹੈ ਰਾਈਜ਼ ਅਰੋਜ਼ ਅਰੋਜ਼ ਅਰੋਜ਼ਨ ਵਾਲਾ। ਇਹਦੇ ਵਿੱਚ ਈਡੀ ਫਾਰਮ ਵੀ ਲੱਗ ਜਾਂਦੀ ਹੈ, ਰਾਈਜ਼ ਅਰੋਜ਼ਡ ਵਾਲੀ ਫਾਰਮ ਵੀ ਲੱਗ ਜਾਂਦੀ ਹੈ। ਕਹਿੰਦੇ ਫਿਲਿਪ ਨੂੰ ਫਿਰ ਕੀ ਕੀਤਾ ਜਾਂਦਾ ਆ, ਉਹ ਡਾਂਟਦੇ ਆ ਅਤੇ ਨਾਲ ਹੀ ਉਹਨੂੰ ਕੀ ਆ, ਉਠਾ ਦਿੰਦੇ ਆ। ਵੈਨ ਫਿਲਿਪ ਗੋਟ ਹੋਮ ਆਫਟਰ ਡਿਲੀਵਰਿੰਗ ਬ੍ਰੈਡ ਔਨ ਦ ਥਰਡ ਮੋਰਨਿੰਗ ਹੀ ਵਾਜ਼ ਅਟਰਲੀ ਐਗਜ਼ੌਸਟਡ। ਕਹਿੰਦੇ ਹੁਣ ਅਟਰਲੀ ਹੁੰਦਾ ਬਹੁਤ ਜ਼ਿਆਦਾ ਬੁਰੀ ਤਰ੍ਹਾਂ, ਐਗਜ਼ੌਸਟਡ ਲਾਈਕ ਥੱਕਿਆ ਜਿਹਾ ਹੋਇਆ। ਕਹਿੰਦੇ ਹੁਣ ਜਦੋਂ ਤੀਸਰਾ ਦਿਨ, ਥਰਡ ਮੋਰਨਿੰਗ ਨੂੰ ਉਹ ਬ੍ਰੈਡ ਜਿਹੜੀ ਹੈ ਡਿਲੀਵਰ ਕਰਕੇ ਆਉਂਦਾ ਆ, ਉਹ ਕੀ ਹੋ ਚੁੱਕਾ ਹੁੰਦਾ ਉਸ ਦਿਨ, ਬੁਰੀ ਤਰ੍ਹਾਂ ਨਾਲ ਥੱਕਿਆ ਹੋਇਆ ਹੁੰਦਾ। ਹਿਜ਼ ਫਾਦਰ ਸੈਡ ਹਾਊ ਡੂ ਯੂ ਫੀਲ ਦਿਸ ਮੋਰਨਿੰਗ, ਕਿ ਤੂੰ ਅੱਜ ਕਿੱਦਾਂ ਦਾ ਮਹਿਸੂਸ ਕਰ ਰਿਹਾ, ਉਹਦੇ ਫਾਦਰ ਉਹਨੂੰ ਪੁੱਛਦੇ ਆ। ਬਟ ਫਿਲਿਪ ਫੈਲ
sound asleep before he could answer. ਕਹਿੰਦੇ ਫਿਲਿਪ ਕੀ ਆ ਉਹਨਾਂ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਸੌਂ ਜਾਂਦਾ ਆ. In a low voice, ਹੌਲੀ ਜਿਹੀ ਆਵਾਜ਼ ਦੇ ਵਿੱਚ ਮਿਸਟਰ ਸੌਸਾ murmured ਹੁੰਦਾ ਬੁੜਬੁੜਾਉਣਾ, murmured instructions to Mrs. Sosa. Give the lad ਹੁੰਦਾ ਲੜਕਾ, give the lad some breakfast and put him to bed. Let him sleep all day. ਕਹਿੰਦੇ ਮਿਸਟਰ ਸੌਸਾ ਹੌਲੀ ਜਿਹੀ ਆਵਾਜ਼ ਦੇ ਵਿੱਚ ਮਿਸਿਸ ਸੌਸਾ ਨੂੰ ਇੰਸਟਰਕਸ਼ਨਸ ਦੇ ਕੇ ਜਾਂਦੇ ਆ ਕਿ ਕੋਈ ਗੱਲ ਨਹੀਂ, ਅੱਜ ਬੱਚੇ ਨੂੰ ਤੁਸੀਂ ਸੁੱਤੇ ਰਹਿਣ ਦਿਓ ਅਤੇ ਇਹਨੂੰ ਪਹਿਲਾਂ ਬ੍ਰੇਕਫਾਸਟ ਕਰਾ ਦਿਓ ਅਤੇ ਇਹਨੂੰ ਫਿਰ ਬੈੱਡ 'ਤੇ ਲਿਜਾ ਕੇ ਮਤਲਬ ਲਿਟਾ ਦਿਓ ਅਤੇ ਇਹਨੂੰ ਸਾਰਾ ਦਿਨ ਸੌਣ ਹੀ ਦਿਓ. That evening he said to his son. ਕਹਿੰਦੇ ਉਸ ਸ਼ਾਮ ਉਹਨਾਂ ਨੇ ਆਪਣੇ ਪੁੱਤਰ ਨੂੰ ਪੁੱਛਿਆ, Of course you still want to be a baker, don't you, Philip? ਕਹਿੰਦੇ ਉਹਨਾਂ ਨੇ ਫਿਲਿਪ ਨੂੰ ਕਿਹਾ ਕਿ ਤੂੰ ਹਾਲੇ ਵੀ ਬੇਕਰ ਬਣਨਾ ਚਾਹੁੰਦਾ ਆ? ਨਹੀਂ ਨਾ ਫਿਲਿਪ, ਇੱਦਾਂ ਤਾਂ ਨਹੀਂ ਨਾ. ਫਿਲਿਪ ਦਾ ਆਨਸਰ ਕੀ ਸੀਗਾ? ਨੋ. ਗਰੋਨ ਮਤਲਬ ਚੀਕ ਕੇ ਕਹਿੰਦਾ ਨੋ. ਦਾ ਵੇਅਰੀ ਬੋਏ ਮਤਲਬ ਥੱਕਿਆ ਹੋਇਆ ਬੱਚਾ ਚੀਕ ਕੇ ਕਹਿੰਦਾ ਨਾ. I would rather die than be a baker. ਕਹਿੰਦਾ ਮੈਂ ਬੇਕਰ ਬਣਨ ਨਾਲੋਂ ਚੰਗਾ ਮੈਂ ਮਰ ਹੀ ਜਾਊਂਗਾ. Then concluded his father gently. ਕਹਿੰਦੇ ਉਹਦੇ ਪਿਤਾ ਜੀ ਨੇ ਫਿਰ ਕਨਕਲੂਡ ਕੱਢਿਆ, ਸਿੱਟਾ ਕੱਢਿਆ. ਜੈਂਟਲੀ ਮਤਲਬ ਪਿਆਰ ਨਾਲ, ਨਿਮਰਤਾ ਨਾਲ. I think that the only practical course of action is to make up ਮਤਲਬ ਸੁਲ੍ਹਾ ਕਰਨੀ, make up with Esputa and start your music lessons again. ਉਹ ਕਹਿੰਦੇ ਆ ਫਿਰ ਪ੍ਰੈਕਟੀਕਲ ਚੀਜ਼ਾਂ ਦੇ ਵਿੱਚ ਹੀ ਮਤਲਬ ਕੁਛ ਕਰਨ ਦਾ ਫਾਇਦਾ ਆ. ਤੂੰ ਫਿਰ ਇੱਦਾਂ ਕਰ ਕਿ ਤੂੰ ਮਿਸਟਰ ਐਸਪਿਊਟਾ ਦੇ ਨਾਲ ਸੁਲ੍ਹਾ ਕਰ ਲਾ, ਠੀਕ ਹੈ, ਅਤੇ ਆਪਣੀਆਂ ਮਿਊਜ਼ਿਕ ਲੈਸਨਸ ਜਿਹੜੇ ਉਹ ਸਟਾਰਟ ਕਰ ਦੇ. ਆਫਟਰ ਦੈਟ ਇਸ ਤੋਂ ਬਾਅਦ ਫਿਲਿਪ ਐਂਡ ਹਿਜ਼ ਟੀਚਰ ਬਿਕੇਮ ਦਾ ਬੈਸਟ ਫਰੈਂਡਸ. ਇਸ ਤੋਂ ਬਾਅਦ ਉਹ ਅਤੇ ਉਹਦੇ ਟੀਚਰ ਬੈਸਟ ਫਰੈਂਡਸ ਬਣ ਗਏ ਸੀ. The youngster studied hard, and because he possessed remarkable ability, he gained a reputation as a fine violin player by the time he was 13 years old. ਕਹਿੰਦੇ ਜਿਹੜਾ ਯੰਗ ਬੱਚਾ ਸੀਗਾ ਉਹਨੇ ਬਹੁਤ ਸਖਤ ਮਿਹਨਤ ਕੀਤੀ ਅਤੇ ਉਹ ਅਬਿਲਿਟੀ ਪੋਜੈਸਡ ਹੁੰਦਾ, ਕਾਬਲੀਅਤ ਰੱਖਣਾ. ਕਹਿੰਦੇ ਉਹਦੀ ਰਿਮਾਰਕੇਬਲ ਹੁੰਦਾ ਲਾਈਕ ਕਮਾਲ ਦੀ ਅਬਿਲਿਟੀ ਸੀਗੀ ਕਿ ਉਹਦੀ ਅਬਿਲਿਟੀ ਇੱਦਾਂ ਸੀ ਕਿ ਉਹ ਕਾਫੀ ਅੱਛਾ ਹਰੇਕ ਚੀਜ਼ ਨੂੰ ਕਰ ਲੈਂਦਾ ਸੀ, ਜਿਸ ਕਰਕੇ ਉਹਦੀ ਅੱਛੀ ਰੈਪੂਟੇਸ਼ਨ ਬਣ ਗਈ ਸੀ ਅਤੇ ਹਾਰਡ ਵਰਕ ਵੀ ਉਹ ਅੱਛਾ ਕਰ ਲੈਂਦਾ ਸੀਗਾ ਅਤੇ ਪੜ੍ਹਾਈ ਦੇ ਵਿੱਚ ਵੀ ਅੱਛਾ ਸੀਗਾ. ਇਸ ਲਈ ਕਹਿੰਦੇ ਫਾਈਨ ਵਾਇਲਨ ਜਿਹੜਾ ਆ ਵਧੀਆ ਚਲਾਉਣ ਲੱਗ ਪਿਆ 13 years ਦੇ ਵਿੱਚ ਹੀ, 13 ਸਾਲ ਦੀ ਉਮਰ ਦੇ ਵਿੱਚ ਹੀ ਵਧੀਆ ਵਾਇਲਨ ਵਜਾਉਣ ਲੱਗ ਪਿਆ ਸੀ. ਸੋ ਇਸ ਵੀਡੀਓ ਨੂੰ ਮੈਂ ਜ਼ਿਆਦਾ ਲੌਂਗ ਨਹੀਂ ਕਰਦੀ, ਇਹ ਵੀਡੀਓ ਇੰਨੀ ਹੀ ਰੱਖਦੇ ਹਾਂ ਅਤੇ ਇਹਦਾ 3rd ਪਾਰਟ ਜਿਹੜਾ ਉਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਮਿਲੇਗਾ. ਉਹਦਾ ਲਿੰਕ ਵੀ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਡਾਲ ਦਊਂਗੀ, ਠੀਕ ਹੈ. ਸੋ ਬੱਚੋ ਅਸੀਂ ਚੈਪਟਰ ਨੂੰ ਅੱਛੇ ਤਰੀਕੇ ਨਾਲ ਸਮਝ ਰਹੇ ਹਾਂ. ਇੱਕ ਟਿਪ ਦੇ ਦਿੰਦੀ ਹਾਂ ਮੈਂ ਤੁਹਾਨੂੰ. ਸਭ ਤੋਂ ਵੱਡਾ ਟਿਪ ਇਹ ਆ, ਜਦੋਂ ਵੀ ਤੁਸੀਂ ਮੇਰੇ ਤੋਂ ਕੋਈ ਚੀਜ਼ ਸਿੱਖਦੇ ਹੋ, ਲਾਈਕ ਮੈਂ ਕਈ ਵਰਡਸ ਦੇ ਮੀਨਿੰਗ ਇੱਥੇ ਲਿਖੇ ਹੋਏ ਆ, ਪਲੀਜ਼ ਤੁਸੀਂ ਉਹ ਵਰਡਸ ਦੇ ਮੀਨਿੰਗ ਜਿੱਦਾਂ ਮੈਂ ਬੋਲਦੀ ਹਾਂ ਮੇਰੀ ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਵਰਡਸ ਦੇ ਮੀਨਿੰਗ ਆਪਣੀ ਇੱਕ ਨੋਟਬੁੱਕ 'ਤੇ ਲਿਖੀ ਜਾਓ ਜਾਂ ਫਿਰ ਆਪਣੀ ਬੁੱਕ ਦੇ ਵਿੱਚ ਹੀ ਲਿਖੋ, ਸੋ ਦੈਟ ਜਦੋਂ ਤੁਸੀਂ ਨੈਕਸਟ ਟਾਈਮ ਇਹਨੂੰ ਰੀਡ ਕਰੋ ਤਾਂ ਤੁਹਾਡੇ ਲਈ ਈਜ਼ੀ ਰਹੇ. ਦੂਸਰੇ ਨੰਬਰ 'ਤੇ ਜਦੋਂ ਤੁਸੀਂ ਇੱਦਾਂ ਕਰੋਗੇ ਨਾ ਤਾਂ ਇੱਕ ਸੀਕਰੇਟ ਆ ਇਸ ਗੱਲ ਦਾ, ਦੱਸਦੇ ਹਾਂ ਸੀਕਰੇਟ ਇਹ ਆ ਕਿ ਜਦੋਂ ਤੁਸੀਂ ਵਰਡਸ ਨੂੰ ਸਿੱਖਣ ਲੱਗ ਜਾਓਗੇ ਤਾਂ ਤੁਹਾਡੀ ਵੋਕੈਬਲਰੀ ਸਟਰੋਂਗ ਹੋ ਜਾਊਗੀ. ਜਦੋਂ ਤੁਸੀਂ ਸਟਰੋਂਗ ਵੋਕੈਬਲਰੀ ਵਾਲੇ ਹੋ ਜਾਓਗੇ ਤਾਂ ਓਬਵੀਅਸ ਆ ਵੀ ਤੁਹਾਡੇ ਆਇਲਸ ਦੇ ਵਿੱਚੋਂ ਅੱਛੇ ਮਾਰਕਸ ਆਉਣਗੇ. ਬਿਕੋਜ਼ ਮੈਨੂੰ ਇੰਨਾ ਤਾਂ ਪਤਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹੀ ਹੋਪਸ ਆ ਬਸ 12 ਤੋਂ ਬਾਅਦ ਮੈਂ ਆਇਲਸ ਕਰਨੀ ਆ. ਸੋ ਆਇਲਸ ਕਰਨ ਦੇ ਲਈ ਇਹ ਸਟੈਪ ਜਿਹੜਾ ਨਾ ਇਹ ਬਹੁਤ ਇੰਪੋਰਟੈਂਟ ਹੈ, ਇਹਨੂੰ ਸਕਿਪ ਨਾ ਕਰਿਓ. ਇਸ ਲਈ ਮੈਂ ਰੀਡਿੰਗ 'ਤੇ ਇੰਨਾ ਫੋਕਸ ਕਰਦੀ ਹਾਂ ਅਤੇ ਇੰਨੀਆਂ ਲੰਬੀਆਂ ਵੀਡੀਓਜ਼ ਬਣਾ ਕੇ ਅਪਡੇਟ ਕਰਦੀ ਹਾਂ ਅਤੇ ਸੈਕਿੰਡਲੀ ਹਰ ਇੱਕ ਵਰਡ ਦੀ ਪੰਜਾਬੀ ਵੀ ਦੱਸਦੀ ਹਾਂ, ਠੀਕ ਹੈ. ਸੋ ਪਲੀਜ਼ ਮੇਰੇ ਹਾਰਡ ਵਰਕ ਨੂੰ ਅਜਾਏ ਮਤਲਬ ਲਾਈਕ ਐਵੇਂ ਨਾ ਕਰ ਦਿਓ, ਤੁਸੀਂ ਅਜਾਇਆ ਨਾ ਜਾਣ ਦਿਓ. ਪਲੀਜ਼ ਇਹਦਾ ਯੂਜ਼ ਕਰੋ, ਯੂਟੀਲਾਈਜ਼ ਕਰੋ. ਮੇਰੀ ਹਾਰਡ ਵਰਕ ਨੂੰ ਤੁਸੀਂ ਯੂਟੀਲਾਈਜ਼ ਕਰ ਸਕਦੇ ਹੋ. ਇੱਕ ਚੀਜ਼ ਸੋਚ ਕੇ ਦੇਖੋ, ਜਿੱਦਾਂ ਤੁਹਾਡੇ ਅੱਗੇ ਵਰਡਸ ਦੇ ਮੀਨਿੰਗ ਰੱਖੇ ਜਾ ਰਹੇ ਹੈ ਨਾ,
ਇੱਕ ਇੱਕ ਵਰਡ ਨੂੰ ਤੁਹਾਨੂੰ ਸਮਝਾਇਆ ਜਾ ਰਿਹਾ ਹੈ, ਜਿਹੜੇ ਡਿਫੀਕਲਟ ਵਰਡਸ ਆ। ਤੁਸੀਂ ਇਹ ਸਮਝ ਲਓ ਕਿ ਤੁਹਾਡੇ ਟੀਚਰ ਤੁਹਾਨੂੰ ਖੀਰ ਪਰੋਸ ਰਹੇ ਆ, ਜਿਹਦੇ ਵਿੱਚ ਉਹ ਆਪਣੇ ਸਕਿੱਲਸ ਨੂੰ ਐਡ ਕਰਕੇ, ਸਕਿੱਲ ਸਮਝ ਲਓ ਕਿ ਉਹ ਡਰਾਈ ਫਰੂਟਸ ਵਗੈਰਾ ਪਾ ਕੇ ਤੁਹਾਨੂੰ ਖੀਰ ਜਿਹੜੀ ਉਹ ਸਰਵ ਕਰ ਰਹੇ ਆ। ਹੁਣ ਉਹਨੂੰ ਖਾਣਾ ਜਾਂ ਨਾ ਖਾਣਾ ਤਾਂ ਤੁਹਾਡੇ ਸਿਰ 'ਤੇ ਆ ਨਾ, ਤੁਸੀਂ ਉਹਨੂੰ ਕਿੱਦਾਂ ਖਾਣਾ ਇਹ ਵੀ ਤੁਹਾਡੇ ਸਿਰ 'ਤੇ ਆ। ਸੋ ਪਲੀਜ਼ ਜੋ ਮੈਂ ਕਹਿ ਰਹੀ ਹਾਂ ਇਹਨਾਂ ਗੱਲਾਂ ਨੂੰ ਡੀਪਲੀ ਥਿੰਕ ਕਰਕੇ ਦੇਖੋ, ਅਤੇ ਬੜੇ ਹੀ ਈਜ਼ੀ ਐਂਡ ਸਿੰਪਲ ਵੇ ਨਾਲ ਮੈਂ ਸਮਝਾਉਂਦੀ ਹਾਂ, ਅਤੇ ਮੇਰੀ ਹਾਰਡ ਵਰਕ ਨੂੰ ਤੁਸੀਂ ਹੀ ਇੱਕ ਉਚਾਈ 'ਤੇ ਲਿਜਾ ਸਕਦੇ ਆ ਜਦੋਂ ਤੁਸੀਂ ਮੇਰੇ ਤੋਂ ਬਹੁਤ ਅੱਗੇ ਜਾਓਗੇ। ਠੀਕ ਹੈ, ਸੋ ਬੈਸਟ ਆਫ ਲੱਕ ਐਂਡ ਪਲੀਜ਼ ਡੂ ਹਾਰਡ ਵਰਕ। ਥੈਂਕ ਯੂ ਸੋ ਮਚ।